ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 166ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਜੀਵਤ ਛਾੜ ਜਾਏ ਦੇਵਾਨੇ, ਮੂਇਆ ਉਨ ਤੇ ਕੋ ਵਰਸਾਨੇ। ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜਨ ਆਵਤ ਵਿਖਿਆ ਰਹਾਓ। ਵਿਖੇ ਠਗੌਰੀ ਜਿਨ ਜਿਨ ਖਾਈ, ਤਾਕੀ ਤ੍ਰਿਸ਼ਨਾ ਕਬੂ ਨ ਜਾਈ। दारन दुख दतुर संसार, राम नाम बिन कैसे उतरस पार। साध संग मिल दोय कर दोय कुल साध, राम नाम नानक आराध। दारन दुख दतुर संसार, राम नाम बिन कैसे उतरस पार। साध संग मिल दोय कर कुल साध, राम नाम नानक आराध। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਓਏ ਜਿਹੜੇ ਦੀਵਾਨਿਓ ਭਾਵ ਕਮਲਿਓ, ਜਿਹੜੇ ਦੋਸਤ ਮਿੱਤਰ ਸਾਕ ਸੰਬੰਧੀ ਮੁਸੀਬਤ ਪੈਣ 'ਤੇ, ਦੁੱਖ ਦਰਦ ਹੋਣ 'ਤੇ ਤੁਹਾਨੂੰ ਜਿਉਂਦਿਆਂ ਹੀ ਤੁਹਾਨੂੰ ਮੁਸ਼ਕਿਲਾਂ 'ਚ ਹੀ ਤੁਹਾਡਾ ਸਾਥ ਛੱਡ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਮਰ ਜਾਣ ਤੋਂ ਬਾਅਦ ਉਹਨਾਂ ਤੋਂ ਭਲਾ ਕੀ ਲਾਭ ਪ੍ਰਾਪਤ ਹੋ ਸਕਦਾ ਹੈ ਜੀ? ਕੋਈ ਵੀ ਲਾਭ ਪ੍ਰਾਪਤ ਨਹੀਂ ਹੋ ਸਕਦਾ ਜੀ। ਗੁਰੂ ਜੀ ਕਹਿੰਦੇ ਹਨ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਦੌਲਤਮੰਦ ਜਾਣ ਪਹਿਚਾਣ ਵਾਲਿਆਂ ਨਾਲ ਦੋਸਤੀ ਕਰੀਏ ਤਾਂ ਕਿ ਉਹ ਔਖੇ ਵੇਲੇ ਸਾਡਾ ਸਾਥ ਦੇਣ। ਗੁਰੂ ਜੀ ਕਹਿੰਦੇ ਹਨ ਜੇ ਉਹ ਤੁਹਾਨੂੰ ਜਿਉਂਦਿਆਂ ਉਹਨਾਂ ਨੇ ਤੁਹਾਡਾ ਕਦੀ ਸਾਥ ਨਹੀਂ ਦਿੱਤਾ, ਕਦੀ ਤੁਹਾਨੂੰ ਪੁੱਛਿਆ ਨਹੀਂ, ਅਤੇ ਉਹ ਜਦੋਂ ਮਰ ਜਾਣਗੇ ਉਸ ਤੋਂ ਬਾਅਦ ਉਹਨਾਂ ਨੇ ਕੀ ਤੁਹਾਡਾ ਸਾਥ ਦੇਣਾ ਹੈ ਜੀ? ਫਿਰ ਗੁਰੂ ਜੀ ਕਹਿੰਦੇ ਹਨ ਉਹ ਦੀਵਾਨੇ ਗੁਰਮੁਖੋ, ਤੁਸੀਂ ਪਰਮੇਸ਼ਰ ਰੂਪ ਗੋਬਿੰਦ ਨੂੰ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਮਨੋਂ ਤਨੋਂ ਕਰਕੇ ਸਿਮਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਸੋਝੀ ਪਰਮੇਸ਼ਰ ਨੇ ਤੁਹਾਡੇ ਅੰਦਰ, ਤੁਹਾਡੇ ਭਾਗਾਂ ਵਿੱਚ ਧੁਰੋਂ ਹੀ ਪਹਿਲਾਂ ਤੋਂ ਹੀ ਲਿਖੀ ਹੋਈ ਹੈ ਜੀ। ਭਾਵ ਪਰਮੇਸ਼ਰ ਨੇ ਤੁਹਾਡੇ ਅੰਦਰ ਹੀ ਹੈ ਜੀ, ਔਰ ਇਹ ਐਬਿਲਿਟੀ ਤੁਹਾਡੇ ਅੰਦਰ ਹੀ ਹੈ ਜੀ। ਉਹਨੂੰ ਸਿਰਫ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਹਿਚਾਨਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅੰਤ ਸਮੇਂ ਵਿਖਿਆ ਭਾ ਮਾਇਆਵੀ ਵਿਕਾਰ ਕਿਸੇ ਕੰਮ ਨਹੀਂ ਆਉਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ, ਜਿਹੜੇ ਮਨੁੱਖਾਂ ਨੇ ਵੀ ਵਿਖੇ ਠਗੌਰੀ ਭਾਵ ਵਿਸ਼ਿਆਂ ਦੀ ਬੂਟੀ ਖਾਧੀ ਹੈ ਜੀ, ਮਾਇਆਵੀ ਵਿਕਾਰਾਂ ਵਿੱਚ ਫਸੇ ਹਨ ਜੀ, ਔਰ ਉਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਮਨੁੱਖਾਂ ਦੀ ਮਾਇਆਵੀ ਵਿਕਾਰ ਵਾਲੀ ਭੋਗਾਂ ਵਾਲੀ ਤ੍ਰਿਸ਼ਨਾ ਕਦੇ ਵੀ ਦੂਰ ਨਹੀਂ ਹੋ ਸਕਦੀ ਜੀ। ਉਹ ਹੋਰ ਮਾਇਆਵੀ ਵਿਕਾਰ ਕਰਦੇ ਹੀ ਰਹਿਣਗੇ ਜੀ। ਉਹਨਾਂ ਦੀ ਇਹ ਭੁੱਖ ਕਦੀ ਨਹੀਂ ਮਿਟ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਜਗਤ ਸੰਸਾਰ ਸਾਗਰ ਤੋਂ ਤਰਨਾ ਬਹੁਤ ਔਖਾ ਹੈ ਜੀ। ਭਾਵ ਵਿਕਾਰਾਂ ਨੂੰ ਕਾਬੂ ਵਿੱਚ ਲਿਆਉਣਾ ਬਹੁਤ ਮੁਸ਼ਕਿਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਮਾਨੋ ਇਹ ਭਿਆਨਕ ਦੁੱਖ ਕਾਬੂ ਵਿੱਚ ਆ ਸਕਦੇ ਹਨ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਸਵਾਲ ਕਰਦੇ ਹਨ ਕਿ ਗੁਰਮੁਖੋ ਪਰਮੇਸ਼ਰ ਰੂਪ ਰਾਮ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾ ਇਸ ਜਗਤ ਸੰਸਾਰ ਸਾਗਰ ਤੋਂ ਕਿਸ ਤਰ੍ਹਾਂ ਪਾਰ ਕੀਤਾ ਜਾ ਸਕਦਾ ਹੈ ਜੀ। ਭਾਵ ਇਹ ਸੰਭਵ ਹੀ ਨਹੀਂ ਹੈ ਜੀ ਕਿ ਵਿਕਾਰਾਂ ਨੂੰ, ਤ੍ਰਿਸ਼ਨਾਵਾਂ ਨੂੰ ਕਾਬੂ ਕਰਨ ਤੋਂ ਬਿਨਾ ਤੁਸੀਂ ਪਰਮੇਸ਼ਰ ਨਾਲ ਜੁੜ ਸਕੋ। ਇਹ ਸੰਭਵ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਉਪਦੇਸ਼ ਦਿੰਦੇ ਹਨ ਜੀ ਕਿ ਗੁਰਮੁਖੋ ਗੁਰਮੁਖ ਰੂਪ ਸਾਧ ਸੰਗਤ ਨਾਲ ਮਿਲ ਕੇ ਦੋਏ ਕੁਲ ਸਾਧ, ਭਾਵ ਦੋ ਕੁਲਾਂ ਨੂੰ ਸਵਾਰੋ ਜੀ। ਭਾਵ ਆਪਣੇ ਆਪ ਨੂੰ ਠੀਕ ਕਰੋ ਤੇ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਵੀ ਹਿੰਮਤ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਰਾਮ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਆਪਣੇ ਅਤੇ ਇਸ ਨਾਲ ਆਪਣੇ ਜਾਣ ਪਛਾਣ ਵਾਲਿਆਂ ਦੇ, ਦੋਸਤ ਮਿੱਤਰਾਂ ਦੇ, ਸਾਖ ਸੰਬੰਧੀਆਂ ਦੇ, ਇਸ ਵਿੱਚ ਗੁਰੂ ਜੀ ਸਾਨੂੰ ਦੋ ਕੁਲਾਂ ਕਹਿੰਦੇ ਨੇ, ਦੋਹਾਂ ਕੁਲਾਂ ਨੂੰ, ਇਹਦੇ ਵਿੱਚ ਨਾਨਕੇ ਦਾਦਕੇ ਵੀ ਅਸੀਂ ਕਹਿ ਸਕਦੇ ਹਾਂ ਜੀ, ਉਹਨਾਂ ਨੂੰ ਦੋ ਕੁਲਾਂ ਨੂੰ ਸਵਾਰੋ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਆਪ ਨੂੰ ਸਵਾਰਨ ਦੇ ਨਾਲ ਨਾਲ ਆਪਣੇ ਪਰਿਵਾਰ, ਆਪਣੇ ਜਾਣ ਪਹਿਚਾਣ, ਆਪਣੇ ਦੋਸਤ ਮਿੱਤਰ, ਆਪਣੇ ਸਾਖ ਸੰਬੰਧੀਆਂ ਨੂੰ ਵੀ ਇਸ ਚੀਜ਼ ਦੀ ਪਹਿਚਾਣ ਕਰਾਓ ਜੀ। ਫਿਰ ਗੁਰੂ ਜੀ ਕਹਿੰਦੇ, ਆਓ ਇਸ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਪੰਕਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਸ਼ਬਦ ਦੀ ਪੰਕਤੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ। ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ। ਗੁਰੂ ਜੀ ਕਹਿੰਦੇ ਹਨ ਕਿ ਜਿਸ ਪਰਮੇਸ਼ਰ ਰੂਪ ਵਾਹਿਗੁਰੂ ਦੀ ਹੋਂਦ ਤੁਰ ਤੋਂ ਹੀ ਸਾਡੇ ਮਨ ਅਤੇ ਤਨ ਵਿੱਚ ਉਕਰੀ ਹੋਈ ਹੈ, ਭਾਵ ਹੈ ਜੀ, ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਪਹਿਚਾਨਣਾ ਹੈ ਜੀ। ਭਾਵ ਉਹ ਪਰਮੇਸ਼ਰ ਨੇ ਜਦੋਂ ਜ਼ਿੰਦਗੀ ਦੇਣ ਤੋਂ ਪਹਿਲਾਂ ਹੀ ਆਪਣੀ ਹੋਂਦ, ਜ਼ਿੰਦਗੀ ਹੀ ਹੋਂਦ, ਇਸ ਹੋਂਦ ਜ਼ਿੰਦਗੀ ਹੀ ਉਹਦਾ ਹੀ ਪ੍ਰਕਾਰ ਹੈ ਜੀ, ਉਹਦਾ ਹੀ ਦਿੱਤੀ ਹੋਈ ਜ਼ਿੰਦਗੀ ਹੈ ਜੀ। ਅਸੀਂ ਵਾਹਿਗੁਰੂ ਦਾ ਹੀ ਅੰਸ਼ ਹਾਂ ਜੀ। ਸੋ ਉਹ ਤੇ ਅੰਦਰੋਂ ਉਹਨੇ ਸਾਡੇ ਧੁਰ ਤੋਂ ਹੀ ਪਾਇਆ ਹੋਇਆ ਹੈ ਜੀ। ਉਹਨੂੰ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਪਹਿਚਾਨਣਾ ਹੈ ਜੀ। ਅਸੀਂ ਵਾਹਿਗੁਰੂ ਦਾ ਹੀ ਇੱਕ ਅੰਸ਼ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਜਗਤ ਸੰਸਾਰ ਵਿੱਚ ਅਕਸਰ ਲੋਕਾਂ ਦਾ ਝੁਕਾਅ ਮਾਇਆ ਦੀ ਪ੍ਰਾਪਤੀ ਵੱਲ ਹੁੰਦਾ ਹੈ। ਹੋਰ ਮਾਇਆ ਕਮਾਉਣੀ ਹੈ, ਹੋਰ ਕੰਮ ਇਹ ਕਰਨਾ ਹੈ। ਮਾਇਆਵੀ ਵਿਕਾਰਾਂ ਤੇ ਉਹ ਕੋਈ ਪਰਵਾਹ ਨਹੀਂ ਕਰਦੇ। ਇਸ ਲਈ ਉਹ ਹਰ ਤਰ੍ਹਾਂ ਦੇ ਚੰਗੇ ਮੰਦੇ ਵਸੀਲਿਆਂ ਨਾਲ ਮਾਇਆ ਇਕੱਤਰ ਕਰਨ ਵਿੱਚ ਲੱਗੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆਵੀ ਦੀ ਤ੍ਰਿਸ਼ਨਾ, ਠਗਮੂਰੀ ਤ੍ਰਿਸ਼ਨਾ ਵਿਕਾਰਾਂ ਨੂੰ ਖਾਣ ਵਾਲੇ ਮਨੁੱਖਾਂ ਨੂੰ ਉਪਦੇਸ਼ ਦਿੰਦੇ ਹਨ ਜੀ ਕਿ ਉਹ ਦੀਵਾਨਿਓ, ਗੁਰਮੁਖੋ, ਕਿ ਜਿਹੜੇ ਮਨੁੱਖ ਤੈਨੂੰ ਜਿਉਂਦਿਆਂ ਹੀ ਛੱਡ ਗਏ ਹਨ ਜੀ, ਭਾਵ ਤੇਰਾ ਕੁਝ ਨਹੀਂ ਸਵਾਰ ਸਕੇ, ਉਹ ਤਾਂ ਆਪ ਹੀ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਨ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੇ ਮਰ ਜਾਣ ਮਗਰੋਂ ਤੂੰ ਉਹਨਾਂ ਤੋਂ ਕਿਹੜੇ ਫਾਇਦੇ ਦੀ, ਲਾਭ ਦੀ ਆਸ ਰੱਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਾਇਆ ਤਾਂ ਨਾਸ਼ਵੰਤ ਹੈ ਜੀ। ਇਹ ਅੰਤ ਸਮੇਂ
ਕਿਸੇ ਦੇ ਨਾਲ ਨਹੀਂ ਗਈ ਜੀ, ਔਰ ਨਾ ਕਿਸੇ ਦੇ ਕੰਮ ਆਉਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਪਦੇਸ਼ ਦਿੰਦੇ ਹਨ ਜੀ ਕਿ ਸਤਿਗੁਰ ਰੂਪ ਸਾਧੂ ਦਾ ਸਾਧ ਸੰਗਤ ਨਾਲ ਮਿਲ ਕੇ, ਰਲ ਮਿਲ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਕੀਰਤਨ ਕਰੋ ਜੀ, ਉਸ ਦਾ ਵਿਚਾਰ ਕਰੋ ਜੀ, ਉਸਨੂੰ ਸਮਝੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਆਪ ਸਿਮਰੋ ਜੀ, ਅਤੇ ਆਪਣੀਆਂ ਦੋਵਾਂ ਕੁਲਾਂ ਭਾਵ ਆਪਣੇ ਆਲੇ ਦੁਆਲੇ ਦੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਪਰਿਵਾਰ ਨੂੰ ਵੀ ਉਸ ਚੀਜ਼ ਵੱਲ ਲਗਾਓ ਜੀ, ਉਹਨਾਂ ਨੂੰ ਵੀ ਇਸ ਚੀਜ਼ 'ਤੇ ਸਵਾਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਵਿਕਾਰਾਂ ਦਾ ਮੋਹ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਦੀ ਸ਼ਰਨ ਵਿੱਚ ਪੈਣ ਨਾਲ ਆਪਣੇ ਆਪ ਨੂੰ, ਆਪਣੇ ਪਰਿਵਾਰ ਦਾ ਅਤੇ ਸਰਬੱਤ ਦਾ ਭਲਾ ਹੁੰਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨਿੱਕਾ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।